ਅਕਸਰ ਹੀ ਕਿਸਾਨ ਵੀਰਾਂ ਦੁਆਰਾ ਪੁੱਛਿਆ ਜਾਂਦਾ ਸੀ ਕਿ ਇਹਦੀ ਕੀਮਤ ਬਹੁਤ ਹੀ ਜ਼ਿਆਦਾ ਹੈ। ਆਮ ਕਿਸਾਨ ਕੀ ਕਰਨਾ? ਦਿਲ ਹਰ ਇੱਕ ਬੰਦੇ ਦਾ ਕਰਦਾ ਹੈ ਕਿ ਉਹ ਬੰਦਾ ਡਰੋਨ ਦੇ ਨਾਲ ਸਪਰੇਅ ਕਰੇ, ਪਰ ਇਸ ਦੀ ਕੀਮਤ ਦੇ ਕਾਰਨ ਇਹ ਪੰਜਾਬ ਦੇ ਵਿੱਚ ਲਗਭਗ ਜਾਂ ਹਰਿਆਣਾ ਦੀ ਗੱਲ ਕਰੀਏ, ਇਹ ਵੇਖਣ ਨੂੰ ਲਗਭਗ ਨਾ ਮਾਤਰ ਹੀ ਹੈ। ਕੋਈ ਵਿਰਲਾ ਡਾਵਾਂ ਕਿਸਾਨ ਹੈ ਜਿਹੜਾ ਇਸ ਦੇ ਨਾਲ ਸਪਰੇਅ ਕਰ ਰਿਹਾ ਸੀ। ਤੇ ਦੋਸਤੋ, ਤੁਸੀਂ ਵੀ ਇਸ ਦੇ ਨਾਲ ਹੁਣ ਸਪਰੇਅ ਕਰ ਸਕੋਗੇ। ਪਹਿਲਾਂ ਦੱਸ ਦਈਏ ਕਿ ਇਹਦੀ ਜਿਹੜੀ ਸਮਰੱਥਾ ਹੈ 5 ਮਿੰਟ ਦੇ ਵਿੱਚ 1 ਏਕੜ ਜਗ੍ਹਾ ਦੇ ਵਿੱਚ ਇਹ ਸਪਰੇਅ ਕਰ ਦਿੰਦਾ ਹੈ। ਤੇ ਇਸ ਦਾ ਪਾਣੀ ਨੂੰ ਲੈ ਕੇ ਚੱਲਣ ਦੀ ਜਿਹੜੀ ਕਪੈਸਿਟੀ ਹੈ 10 ਕੁ ਲੀਟਰ ਹੈ। ਲਗਭਗ 30 ਲੀਟਰ ਨਾਲ 1 ਏਕੜ ਦੇ ਉੱਪਰ ਬਹੁਤ ਸ਼ਾਨਦਾਰ ਢੰਗ ਨਾਲ ਸਪਰੇਅ ਕਰਦਾ ਹੈ। ਛੋਟੇ ਕਿਸਾਨ ਵੀ ਇਸ ਨੂੰ ਵਰਤ ਸਕਣਗੇ। ਵਧੇਰੇ ਜਾਣਕਾਰੀ ਲਈ ਆਪਣੇ ਨਾਲ ਨੇ ਜਿਹੜੇ ਇਹ ਡਰੋਨ ਕੰਪਨੀ ਵੱਲੋਂ ਜਿਹੜੇ ਆਏ ਹੋਏ ਨੇ ਅਧਿਕਾਰੀ ਨੇ, ਤੇ ਇਹ ਛੋਟਾ ਵੀਰ ਖੜਿਆ ਹੋਇਆ। ਆਪਾਂ ਇਹਨਾਂ ਨਾਲ ਜਾਣਾਂਗੇ ਕਿ ਇਸ ਨੂੰ ਜਿਹੜੇ ਛੋਟੇ ਕਿਸਾਨ ਨੇ ਉਹ ਕਿਵੇਂ ਵਰਤ ਸਕਦੇ ਨੇ। ਇਹਦਾ ਦੇਸ਼ ਦੀ ਜੇਕਰ ਮਿੱਟੀ ਦੀ ਗੱਲ ਕੀਤੀ ਜਾਵੇ, ਪੌਣ ਪਾਣੀ ਦੀ ਗੱਲਬਾਤ ਕੀਤੀ ਜਾਵੇ, ਇਹਦਾ ਫਾਇਦਾ ਕੀ ਹੈ? ਇਹ ਜੇਕਰ ਆਪਾਂ ਡਰੋਨ ਨਾਲ ਸਪਰੇਅ ਕਰਨੀ ਹੈ, ਸਭ ਤੋਂ ਮੁੱਖ ਫਾਇਦਾ ਇਹਦਾ ਕੀ ਹੈ ਜੀ? ਸਭ ਤੋਂ ਮੁੱਖ ਫਾਇਦਾ ਇਹਦਾ ਇਹ ਹੈ ਕਿ ਸਾਡਾ ਜਿਹੜਾ ਐਕਸਪੋਜ਼ਰ ਹੈ ਕੈਮੀਕਲ ਤੋਂ ਘਟ ਜਾਂਦਾ ਹੈ। ਤੁਸੀਂ ਸਾਰੇ ਜਾਣਦੇ ਹੋ ਕਿਸਾਨ ਨੂੰ ਕੈਂਸਰ ਦੀ ਰਾਜਧਾਨੀ ਵੀ ਕਿਹਾ ਜਾਂਦਾ ਹੈ। ਸਾਡੇ ਇੱਧਰ ਸਭ ਤੋਂ ਜ਼ਿਆਦਾ ਕੈਂਸਰ ਦੇ ਪੇਸ਼ੈਂਟ ਨੇ। ਕਿਉਂਕਿ ਅਸੀਂ ਇੱਕ 80-90 ਦੇ ਦਸ਼ਕ ਦੇ ਵਿੱਚ ਜਿੰਨਾ ਕੈਮੀਕਲ ਅਸੀਂ ਯੂਜ਼ ਕੀਤਾ ਤੇ ਅਸੀਂ ਆਪਣੇ ਖਾਣੇ 'ਚ ਲਿਆ ਆਂਦਾ, ਉਸ ਕਰਕੇ ਸਾਡੀ ਰੋਜ਼ਮਰਰਾ ਦੀ ਜ਼ਿੰਦਗੀ 'ਚ ਕੈਂਸਰ ਇੱਕ ਆਮ ਚੀਜ਼ ਬਣ ਗਿਆ। ਹੁਣ ਇਹ ਚੀਜ਼ ਅਸੀਂ ਇਹਦੇ ਨਾਲ ਕਿੱਦਾਂ ਘਟਾ ਸਕਦੇ ਹਾਂ? ਸਾਡਾ ਡਾਇਰੈਕਟ ਐਕਸਪੋਜ਼ਰ ਟੂ ਦੇ ਜਿਹੜਾ ਕੈਮੀਕਲ ਨੇ ਉਹ ਡਰੋਨ ਦੇ ਨਾਲ ਘਟ ਜਾਂਦਾ। ਤੁਸੀਂ ਰਿਮੋਟ ਦੇ ਪਿੱਛੇ ਬੈਠ ਕੇ ਮੈਨੂਅਲੀ ਆਟੋਮੈਟਿਕਲੀ ਤੁਸੀਂ ਸਾਰਾ ਕੁਝ ਸੈੱਟ ਕਰ ਸਕਦੇ ਹੋ। ਡਰੋਨ ਆਪਣੇ ਆਪ ਫਲਾਈ ਕਰੇਗਾ, ਸਾਰਾ ਸਪਰੇਅ ਕਰਕੇ ਉਹ ਆਪਣੀ ਵਾਪਸ ਜਗ੍ਹਾ ਤੇ ਆ ਜਾਏਗਾ। ਇਹਦੇ ਨਾਲ ਜਦੋਂ ਸਪਰੇਅ ਦੇ ਜਿਹੜੇ ਪਾਰਟੀਕਲਸ ਹੁੰਦੇ, ਬਹੁਤ ਫਾਈਨ ਪਾਰਟੀਕਲਸ ਹੁੰਦੇ ਨੇ, ਉਹ ਜੇ ਤੁਹਾਡੇ ਸਿਸਟਮ 'ਚ ਜਾਂਦੇ ਨੇ, ਉਹ ਤੁਹਾਡਾ ਡਾਇਰੈਕਟ ਐਕਸਪੋਜ਼ਰ ਟੂ ਕੈਮੀਕਲਸ ਹੈ, ਉਹ ਤੁਹਾਨੂੰ ਬਹੁਤ ਨੁਕਸਾਨ ਪਹੁੰਚਾਉਂਦਾ। ਅਸੀਂ ਇਹ ਸੋਚਦੇ ਹਾਂ ਕਿ ਅਸੀਂ ਚਲੋ ਲੇਬਰ ਵਾਲੇ ਨੂੰ ਜੀ ਲਾ ਦਿੰਦੇ ਹਾਂ, ਬਟ ਉਹ ਵੀ ਕੋਈ ਇੱਕ ਜਿੰਦ ਹੈ, ਅਸੀਂ ਉਹਦੇ ਨਾਲ ਵੀ ਧੱਕਾ ਨਹੀਂ ਕਰਨਾ। ਤੇ ਇਸ ਕਰਕੇ ਅਸੀਂ ਤਾਂ ਡਰੋਨ ਨੂੰ ਪ੍ਰਮੋਟ ਕਰਦੇ ਹਾਂ। ਇਹ ਮਹਿੰਗਾ ਜ਼ਰੂਰ ਹੈ, ਪਰ ਜਦੋਂ ਅਸੀਂ ਬਿਮਾਰ ਹੋ ਜਾਵਾਂਗੇ, ਕੈਂਸਰ ਹੋ ਜਾਏਗਾ ਜਾਂ ਕੁਝ ਹੋਰ ਉੱਦਾਂ ਦੀ ਬਿਮਾਰੀ ਹੋ ਜਾਏਗੀ, ਅਸੀਂ 5-5 10-10 ਲੱਖ ਤੋਂ ਲਾ ਦਾਂਗੇ ਆਪਣੀ ਲਾਈਫ ਦੇ ਉੱਤੇ। ਜੇ ਅਸੀਂ ਉਹ ਇਨਵੈਸਟਮੈਂਟ ਪਹਿਲਾਂ ਹੀ ਕਰ ਲਈਏ, ਸਾਡਾ ਉਹ ਕਰਨ ਨੂੰ ਜਿਹੜਾ ਨੁਕਸਾਨ ਹੋਣਾ, ਉਹ ਨੁਕਸਾਨ ਹੋਣ ਤੋਂ ਬਚ ਜਾਏਗਾ। ਮਤਲਬ ਇੱਕ ਮਨੁੱਖ ਦਾ ਜਿਹੜਾ ਸਪਰੇਅ ਕਰ ਰਿਹਾ ਉਹ ਮਜ਼ਦੂਰ ਹੈ, ਕਿਸਾਨ ਖੁਦ ਹੈ। ਇੱਥੋਂ ਤੱਕ ਕਿ ਕਈ ਸਵਾਣੀਆਂ ਨੇ ਦੇਸ਼ ਦੀਆਂ, ਇੱਥੋਂ ਤੱਕ ਕਿ ਸ਼ਹਿਰੀ ਲੋਕ ਜਿਹੜੇ ਖੇਤੀ ਕਰਦੇ ਨੇ ਖੁਦ ਉਹ ਆਪਣੇ ਖੇਤਾਂ ਤੱਕ ਇਹੋ ਜਿਹੇ ਟਰਾਈ ਕਰਨ ਲੱਗ ਜਾਂਦੇ ਨੇ। ਕਹਿਣ ਤੋਂ ਬਾਅਦ ਜਿੱਥੇ ਚਮੜੀ ਬਚੇਗੀ, ਸਕਿਨ ਦੇ ਚਮੜੀ ਦੇ ਰੋਗ ਨੇ, ਇਸ ਦੇ ਨਾਲ ਜਿਵੇਂ ਤੁਸੀਂ ਕੈਂਸਰ ਦੀ ਗੱਲ ਕਹੀ ਹੈ, ਵੈਸੇ ਤਾਂ ਮਨੁੱਖ ਦੇ ਸਰੀਰ ਜਦੋਂ ਕੋਈ ਜ਼ਹਿਰ ਜਾਏਗੀ ਤਾਂ ਕਈ ਕੁਝ ਕਰੇਗੀ, ਉਹ ਉਲਟਾ ਸਿੱਧਾ ਸਭ ਕੁਝ ਹੋਏਗਾ। ਤੇ ਇਸ ਦੇ ਨਾਲ ਤੁਸੀਂ ਪਾਣੀ ਦੀ ਵਰਤੋਂ ਜਿਹੜੀ ਆ ਉਸ ਦੇ ਉੱਪਰ ਕਿੰਨੀ ਕੁ ਬਚਤ ਹੈ? ਦੇਖੋ, ਸਾਡੇ ਡੇਟਾ ਦੇ ਹਿਸਾਬ ਨਾਲ 50 ਤੋਂ 60% ਤੁਹਾਡੀ ਪਾਣੀ ਦੀ ਵੀ ਬਚਤ, ਤੁਹਾਡੇ ਜਿਹੜਾ ਮਟੀਰੀਅਲ ਲੱਗਣਾ ਹੈ ਕੈਮੀਕਲ ਦੀ ਵੀ ਬਚਤ ਹੋ ਰਹੀ ਹੈ। ਹੁਣ ਤੁਸੀਂ ਮੈਨੂਅਲ ਸਪਰੇਅ ਕਰ ਰਹੇ ਹੋ, ਬੜੀ ਸਿੰਪਲ ਜਿਹਾ ਐਗਜ਼ਾਮਪਲ ਹੈ। ਤੁਸੀਂ ਨੋਜ਼ਲ ਹੱਥ 'ਚ ਫੜ ਕੇ ਸਪਰੇਅ ਕਰ ਰਹੇ ਹੋ, ਨੋਜ਼ਲ ਦੀ ਕਨਸੈਂਟਰੇਸ਼ਨ ਜਿੰਨਾ ਕੋਲ ਫਸਲ ਹੈ ਉੱਥੇ ਜ਼ਿਆਦਾ ਹੋਏਗੀ, ਦੂਰ ਘੱਟ ਹੋਏਗੀ। ਤੇ ਤੁਸੀਂ ਨਾ ਚਾਹੁੰਦੇ ਹੋ ਵੀ ਜਿਹੜੀ ਜਗ੍ਹਾ ਤੇ ਜ਼ਿਆਦਾ ਨਹੀਂ ਸਪਰੇਅ ਪਾਣਾ, ਉੱਥੇ ਵੀ ਜ਼ਿਆਦਾ ਪੈ ਰਿਹਾ, ਤੇ ਇੰਨੀ ਉਹ ਕੰਸਿਸਟੈਂਟ ਨਹੀਂ ਹੈ ਸਪਰੇਅ ਜਿਹੜਾ ਹੈ ਨਾ। ਇਹਦੇ ਨਾਲ ਜੇ ਤੁਸੀਂ ਕਰੋਗੇ, ਇੱਕ ਪਾਰਟਿਕੂਲਰ ਹਾਈਟ ਤੇ ਤੁਸੀਂ ਫਲਾਈ ਕਰੋਗੇ, ਤੁਹਾਡੀ ਸਪਰੇਅ ਦੀ ਕੰਸਿਸਟੈਂਸੀ ਹੋਏਗੀ, ਕਿਤੇ ਵੱਧ ਕਿਤੇ ਘੱਟ ਨਹੀਂ ਹੋਏਗਾ। ਤੇ ਜਿਹੜੀਆਂ ਕੰਪਨੀਆਂ ਕਲੇਮ ਕਰਦੀਆਂ ਪੈਸਟੀਸਾਈਡ ਤੇ ਇਨਸੈਕਟੀਸਾਈਡ ਦੀਆਂ ਵੀ ਤੁਹਾਨੂੰ 1 ਏਕੜ ਨੂੰ 100 ਤੋਂ 200 ਲੀਟਰ ਮਟੀਰੀਅਲ ਦੀ ਲੋੜ ਹੈ, ਉਹ ਇਹਦੇ ਨਾਲ 40 ਤੋਂ 50 ਲੀਟਰ ਤੱਕ ਰਹਿ ਜਾਂਦਾ। ਜਿਹੜਾ ਸਾਡਾ ਕੈਮੀਕਲ ਵੀ ਬਚ ਰਿਹਾ, ਜੇ ਅਸੀਂ ਕੈਮੀਕਲ ਪਾਈ ਘੱਟ ਰਹੇ ਹਾਂ ਤੇ ਸਾਡੇ ਸਿਸਟਮ 'ਚ ਵੀ ਉਹ ਘੱਟ ਕੈਮੀਕਲ ਜਾ ਰਿਹਾ, ਤੇ ਘੁੰਮ ਫਿਰ ਕੇ ਗੱਲ ਉਹੀ ਆ ਜਾਂਦੀ ਹੈ ਕਿ ਅਸੀਂ ਡਾਇਰੈਕਟ ਇਨਡਾਇਰੈਕਟ ਕੰਜ਼ੰਪਸ਼ਨ ਆਫ ਕੈਮੀਕਲ ਘਟਾ ਰਹੇ ਹਾਂ ਡਰੋਨ ਦੇ ਨਾਲ, ਜੋ ਇਹਦਾ ਲੌਂਗ ਟਰਮ ਫਾਇਦਾ ਹੈ, ਜੋ ਅਸੀਂ ਇਸ ਟਾਈਮ ਸਮਝ ਨਹੀਂ ਪਾ ਰਹੇ ਹਾਂ ਅਸੀਂ। ਹਾਂਜੀ, ਇਸ ਦੇ ਵਿੱਚ ਕੀ ਅਜਿਹੀ ਤਕਨੀਕ ਵੀ ਹੈ ਵੀ ਇਹ ਬਿਮਾਰੀ ਦੀ ਪਛਾਣ ਵੀ ਕਰਦਾ ਹੈ ਫਸਲ ਦੇ ਉੱਪਰ ਘੁੰਮਦੇ ਸਮੇਂ? ਹਾਂਜੀ, ਉਹ ਇਹ ਡਰੋਨ ਨਹੀਂ ਕਰਦਾ, ਇਹਦਾ ਸਿਰਫ ਸਪਰੇਇੰਗ ਮਕੈਨਿਜ਼ਮ ਹੈ। ਇਹਦੇ 'ਚ ਅਸੀਂ ਉਹ ਕੈਮਰਾ ਲਾ ਸਕਦੇ, ਬਟ ਉਹ ਇਹਦਾ ਵੇਟ ਜ਼ਿਆਦਾ ਹੈ। ਉਹ ਛੋਟਾ ਡਰੋਨ ਹੁੰਦਾ, ਉਸ 'ਚ ਅਸੀਂ ਮਲਟੀ ਸਪੈਕਟਰਲ ਕੈਮਰਾ ਲਗਾਉਂਦੇ ਹਾਂ। ਉਹ ਕੀ ਕਰਦਾ ਹੈ, ਜਿੱਦਾਂ ਸਾਡਾ ਨਾਰਮਲ ਕੈਮਰਾ ਹੁੰਦਾ, ਉਹ ਵਿਜ਼ੂਅਲ ਲਾਈਟ ਦੇਖਦਾ, ਉਹ ਇਨਫਰਾਰੈਡ, ਨੀਅਰ ਇਨਫਰਾਰੈਡ ਤੇ ਅਲਟਰਾਵਾਇਲਟ ਲਾਈਟ ਨੂੰ ਵੀ ਦੇਖ ਸਕਦਾ। ਉਹਦੇ ਨਾਲ ਜੋ ਤੁਹਾਡੀ ਫਸਲ 'ਚ ਆਉਣ ਵਾਲੇ ਟਾਈਮ ਦੇ ਵਿੱਚ ਕੁਝ ਦਿੱਕਤ ਆਉਣ ਲੱਗੀ ਹੈ, ਕਲੋਰੋਫਿਲ ਲੈਵਲ ਘਟਿਆ, ਕਿਉਂਕਿ ਕੁਝ ਵੀ ਫਸਲ ਨੂੰ ਦਿੱਕਤ ਹੁੰਦੀ ਹੈ ਤਾਂ ਉਹਦੇ ਕਲੋਰੋਫਿਲ ਲੈਵਲ ਘਟਣ ਨਾਲ ਉਹਦੀ ਹਰਿਆਲੀ ਘਟ ਜਾਂਦੀ ਹੈ। ਉਹ ਸਾਡੇ ਕੈਮਰੇ ਕੈਪਚਰ ਕਰ ਲੈਂਦੇ ਆ 2-3 ਲੇਅਰਸ ਦੇ ਵਿੱਚ। ਅਸੀਂ ਉਹ ਡੇਟਾ ਨੂੰ ਐਨਾਲਾਈਜ਼ ਕਰਕੇ ਦੱਸ ਸਕਦੇ ਹਾਂ ਕਿ ਇਹ ਵਾਲਾ ਸਾਈਡ ਤੁਹਾਡੀ ਫਸਲ ਦਾ ਖਰਾਬ ਹੋ ਰਿਹਾ, ਤੁਹਾਡੀ ਜ਼ਮੀਨ ਦਾ ਖਰਾਬ ਹੋ ਰਿਹਾ, ਤੁਸੀਂ ਇਹ ਵਾਲੀ ਫਸਲ ਨੂੰ ਜ਼ਿਆਦਾ ਕੈਮੀਕਲ ਪਾਉਣਾ, ਇਹ ਵਾਲੀ ਨੂੰ ਘੱਟ ਪਾਉਣਾ, ਇੱਥੇ ਪਾਣੀ ਦੀ ਮਾਤਰਾ ਘੱਟ ਹੈ, ਉਹ ਅਸੀਂ ਡਰੋਨ ਦੇ ਨਾਲ ਸਰਵੇ ਕਰਕੇ ਵੀ ਫਾਈਂਡ ਕਰ ਸਕਦੇ ਹਾਂ। ਜਿਸ ਤਰ੍ਹਾਂ ਕੋਈ ਕਿਸਾਨ, ਛੋਟੇ ਕਿਸਾਨ ਨੇ, ਉਹ ਰਲ ਕੇ ਜਿਵੇਂ ਮੰਨ ਲਓ ਕਣਕ ਝੋਨਾ ਜ਼ਿਆਦਾਤਰ ਹੁੰਦਾ,
ਤਾਂ ਉਹ ਇੱਕੋ ਸਮਾਂ ਹੁੰਦਾ ਜਦੋਂ ਫੰਗੀਸਾਈਡ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ, ਤਾਂ ਉਸ ਵਕਤ ਜੇ ਉਹ ਕਿਸਾਨ ਜਿਹੜੇ ਨੇ ਮੰਨ ਲਓ ਇਕੱਠੇ ਹੋ ਕੇ ਕਿੰਨੇ ਕੁ ਏਕੜਾਂ ਵਾਸਤੇ ਜਿਹੜੀ ਕੰਪਨੀ ਪਹੁੰਚ ਵੀ ਕਰਦੀ ਹੈ, ਡਰੋਨ ਨੂੰ ਉੱਥੇ ਭੇਜ ਦਿੱਤਾ ਜਾਂਦਾ ਤੇ ਉਹ ਰਲ ਕੇ ਸਪਰੇਅ ਕਰਵਾ ਸਕਦੇ ਨੇ, ਤੇ ਉਹਨਾਂ ਨੂੰ ਰੇਟ ਕਿੰਨਾ ਕੁ ਪੈ ਜਾਂਦਾ ਪ੍ਰਤੀ ਏਕੜ ਦਾ? ਦੇਖੋ ਅਸੀਂ ਇਹੀ ਹੁਣ ਪ੍ਰਮੋਟ ਕਰ ਰਹੇ ਹਾਂ ਕਿ ਜਿੱਦਾਂ ਛੋਟੇ ਕਿਸਾਨ ਉਹਨਾਂ ਕੋਲ ਘੱਟ ਫਸਲ ਹੈ ਤੇ ਇੱਕ ਪਿੰਡ ਦੇ ਵਿੱਚ ਜਿੱਦਾਂ 10 20 15 ਕਿਸਾਨ ਇਕੱਠੇ ਹੋ ਕੇ 100 ਕੁ ਏਕੜ ਦਾ ਜੇ ਉਹ ਟੱਕ ਇਕੱਠਾ ਕਰ ਲੈਣ ਆਪਣਾ, ਉਹਦੇ ਵਿੱਚ ਸਾਡੀ ਵੀ ਕਾਸਟਿੰਗ ਠੀਕ ਬੈਠ ਜਾਂਦੀ, ਅਸੀਂ ਆਪਣੀ ਟੀਮ ਨੂੰ ਭੇਜ ਕੇ ਉੱਥੇ ਸਪਰੇਅ ਕਰਵਾ ਲੈਂਦੇ ਆ ਤੇ ਜਿਹੜਾ ਅਸੀਂ ਇਹ ਕਾਸਟ ਨੂੰ ਥੱਲੇ ਲੈ ਕੇ ਆ ਰਹੇ ਹਾਂ। ਹੁਣ ਜਿਹੜਾ ਪ੍ਰਾਈਸ ਐਸਟੀਮੇਟ ਚੱਲ ਰਿਹਾ 400 ਤੋਂ 500 ਰੁਪਏ ਪ੍ਰਤੀ ਏਕੜ ਪੈ ਰਿਹਾ, ਜਦੋਂ ਅਸੀਂ 40 50 ਏਕੜ ਤੋਂ ਉੱਤੇ ਦਾ ਏਰੀਆ ਲੈ ਲੈਂਦੇ ਆ। ਜਿੱਦਾਂ ਜਿੱਦਾਂ ਏਰੀਆ ਘਟਦਾ ਉਹ ਫਿਰ ਸਾਨੂੰ ਕਾਸਟ ਆਫ ਇਕਵਿਪਮੈਂਟ, ਟਰੈਵਲਿੰਗ ਚਾਰਜ ਸਾਰਾ ਕੁਝ ਪੈ ਕੇ ਉਹ ਮਹਿੰਗਾ ਪੈਂਦਾ। ਜਿੰਨਾ ਵੱਡਾ ਏਰੀਆ ਹੋਗਾ ਉਨਾ ਘੱਟ ਹੋਏਗਾ। 200 ਏਕੜ ਤੋਂ ਵੱਧ ਏਰੀਆ ਤਾਂ ਆਪਾਂ 300 ਤੱਕ ਵੀ ਇਹ ਰੇਟ ਨੂੰ ਲੈ ਕੇ ਜਾ ਸਕਦੇ ਹਾਂ, 300 ਰੁਪਏ ਪ੍ਰਤੀ ਏਕੜ ਤੱਕ ਲੈ ਕੇ ਜਾ ਸਕਦੇ ਹਾਂ। ਮਤਲਬ ਜੇ ਕੰਪਨੀ ਨੂੰ ਜਾਂ ਕਹਿ ਲਈਏ ਇਹਨੂੰ ਡਰੋਨ ਨੂੰ ਜਿੰਨੀ ਇਹਦੀ ਸਮਰੱਥਾ ਉਹਨਾਂ ਕੰਮ ਇਹਨੂੰ ਮਿਲ ਜਾਂਦਾ ਹੈ, ਤਾਂ ਉਨੀ ਕੋਸਟ ਜਿਹੜੀ ਹੈ ਜਾਂ ਚਾਰਜ ਜਿਹੜੇ ਨੇ ਕਿਸਾਨ ਨੂੰ ਘਟ ਜਾਣਗੇ। ਇੱਕ ਦਿਨ ਦੇ ਵਿੱਚ ਇਹ ਕਿੰਨੀ ਸਪਰੇਅ ਕਰ ਦਿੰਦਾ? ਇੱਕ ਦਿਨ ਦੇ ਵਿੱਚ ਇਹ ਘੱਟੋ ਘੱਟ ਜੇ ਇਹਨੂੰ ਲਗਾਤਾਰ ਉਡਾਈ ਜਾਈਏ ਤਾਂ 50 ਏਕੜ ਤੱਕ ਵੀ ਸਪਰੇਅ ਕਰ ਸਕਦਾ ਹੈ, ਜਿਹੜੇ ਮੈਨ ਆਵਰਸ ਰਿਕੁਆਇਰਡ ਹੈ। ਯਾਨੀ ਕਿ ਤੁਸੀਂ ਦਿਨ ਦੇ ਟਾਈਮ ਦੇ ਵਿੱਚ ਜਿੰਨਾ ਆਪਾਂ ਇਹਨੂੰ ਵਰਤ ਸਕਦੇ 50 ਏਕੜ ਤੱਕ ਇਹ ਕਰ ਸਕਦਾ ਸਪਰੇਅ ਜੀ। ਤੇ ਇਸ ਦੀ ਇਸ ਵਕਤ ਜਿਹੜੀ ਹੈ ਇਸ ਦੇ ਉੱਪਰ ਕੋਈ ਸਬਸਿਡੀ ਸਰਕਾਰ ਹੈ ਜੇ ਸਪੋਰਟ ਕਰ ਰਹੀ ਹੈ ਜਾਂ ਨਹੀਂ ਕਰ ਰਹੀ? ਇਹਦੀ ਕੀਮਤ ਕਿੰਨੀ ਹੈ? ਮੰਨ ਲਓ ਆਪਾਂ ਇਹ ਮਾਡਲ ਨੂੰ ਹੀ ਦੇਖ ਰਹੇ ਹਾਂ, ਇਹ ਵਾਲਾ ਮਾਡਲ ਹੈ ਜਿਹੜਾ ਪਾਰਟਿਕੂਲਰ ਇਹ 5 ਤੋਂ 6 ਲੱਖ ਦੇ ਵਿੱਚ ਪੈਂਦਾ ਅਸੀਂ ਜਿਹੜਾ ਸੈੱਲ ਕਰਦੇ ਹਾਂ। ਤੇ ਸਰਕਾਰ ਹਜੇ ਇਸ ਟਾਈਮ ਤੇ ਸਰਕਾਰ ਵੀ ਮਤਲਬ ਸਬਸਿਡਾਈਜ਼ ਕਰਨ ਦੇ ਉਹਦੇ ਵਿੱਚ ਟਾਕਸ ਚੱਲ ਰਹੀਆਂ ਨੇ, ਕੁਝ 75% ਦੇ ਆਸ-ਪਾਸ ਸਬਸਿਡੀ ਦੀ ਹਜੇ ਗੱਲ ਚੱਲ ਰਹੀ ਹੈ, ਜੋ ਹਜੇ ਕਨਫਰਮੇਸ਼ਨ ਆਏਗੀ। ਇੱਕ ਦੂਸਰਾ ਛੋਟਾ ਡਰੋਨ ਥੋੜਾ ਜਿਹਾ ਉਹਦੇ ਬਾਰੇ ਵੀ ਦਿਖਾ ਦਿੰਦੇ, ਜਿਹੜੇ ਫੋਟੋਗ੍ਰਾਫੀ ਲੈਣ ਦੇ ਲੋਕ ਨੇ, ਸਟੂਡੀਓ ਦਾ ਵਰਕ ਹੈ ਜਾਂ ਕੋਈ ਘੁੰਮਣ ਫਿਰਨ ਦੇ ਸ਼ੌਕੀਨ ਨੇ, ਉਹ ਸ਼ਾਟ ਉੱਪਰੋਂ ਲੈਣੇ ਚਾਹੁੰਦੇ ਨੇ, ਕੋਈ ਫਰਮਾਂ ਨੇਗੀਆਂ, ਤਾਂ ਇਹੀ ਡਰੋਨ ਜਿਹੜਾ ਤੁਹਾਡਾ ਫਸਲ ਦੇ ਉੱਪਰ ਕਿਸ ਤਰ੍ਹਾਂ ਕੰਮ ਕਰਦਾ ਹੈ? ਜੇਕਰ ਉਸ ਦੀ ਫੋਟੋਜ਼ ਵਗੈਰਾ ਖਿੱਚਣੀਆਂ ਹੋਣ ਜਾਂ ਸਟਿਲ ਵਗੈਰਾ ਲੈਣੇ ਹੋਣ ਤਾਂ ਇਹ ਕੰਮ ਕਿਵੇਂ ਕਰਦਾ, ਉਸ ਨੂੰ ਵੀ ਦਿਖਾਓ। ਇਹ ਜਿਹੜਾ ਜੀ ਸਾਡਾ ਇਹ ਵੀਡੀਓ ਵਾਲਾ ਮਾਡਲ ਹੈ, ਛੋਟਾ ਡਰੋਨ ਹੈ। ਇਹਦੇ ਨਾਲ ਕਿਸਾਨ ਕਿੱਦਾਂ ਫਾਇਦਾ ਲੈ ਸਕਦਾ? ਜੇ ਕਿਸੇ ਕਿਸਾਨ ਦਾ ਵੱਡਾ ਟੱਕ ਹੈ, 100 ਏਕੜ ਦੇ ਆਸ-ਪਾਸ ਟੱਕ ਹੈ, ਤੇ ਉਹਨੂੰ ਮੈਨੂਅਲੀ ਜਾ ਕੇ ਦੇਖਣਾ ਬਹੁਤ ਔਖਾ ਹੋ ਜਾਂਦਾ, ਤਾਂ ਇਹ ਡਰੋਨ ਰਾਹੀਂ ਆਪਣੀ ਰਾਖੀ ਵੀ ਕਰ ਸਕਦਾ ਆਪਣੀ ਫਸਲ ਦੀ ਵੀ। ਉਹ ਦੇਖ ਸਕਦਾ ਕਿਤੇ ਕੋਈ ਹੋਰ ਮਤਲਬ ਡੰਗਰ ਤਾਂ ਨਹੀਂ ਆ ਗਏ ਕਿਤੇ, ਤੇ ਉਹ ਐਕਟ ਜਲਦੀ ਕਰ ਸਕਦਾ। ਹੁਣ ਕਿਸਾਨ ਬੜੀ ਦੂਰ ਬੈਠਾ, ਉਹਨੂੰ ਮੈਨੂਅਲੀ ਰੋਜ਼ ਜਾ ਕੇ ਉੱਥੇ ਦੇਖਣਾ ਔਖਾ ਹੋ ਜਾਂਦਾ। ਡਰੋਨ ਰਾਹੀਂ ਉਹ ਇੱਕ ਜਗ੍ਹਾ ਬੈਠਾ 1-2 ਕਿਲੋਮੀਟਰ ਤੱਕ ਦਾ ਏਰੀਆ ਵੀ ਆਰਾਮ ਨਾਲ ਸਰਵੇਲੈਂਸ ਕਰ ਸਕਦਾ ਵੀ ਉਹਦੇ ਫਸਲ 'ਚ ਕੋਈ ਡੰਗਰ ਪਸ਼ੂ ਨਹੀਂ ਆ ਗਿਆ, ਕੋਈ ਹੋਰ ਜਾ ਕੇ ਮਤਲਬ ਅਵੈਧ ਉਹਦੀ ਮਤਲਬ ਖੇਤਾਂ ਦੀ ਫਸਲ ਦੀ ਕਟਾਈ ਨਾ ਕਰ ਰਿਹਾ ਹੋ। ਇਹ ਚੀਜ਼ਾਂ ਹੁੰਦੀਆਂ ਨੇ ਸਾਡੇ मतलब। सत श्रीकाल सभी को। ये हमारा पे ACIC राइज जो एसोसिएशन है, ये एक नीति आयोग का फ्लैगशिप प्रोग्राम है, जिसमें हम क्या करते हैं, इस स्टार्टअप को सपोर्ट करते हैं। जो हमारे यंग माइंड्स हैं उनको अपने इसमें आइडिया से बिजनेस तक कैसे ले जाना है वो पूरा सपोर्ट करते हैं। ये जो ACIC राइज है वो चंडीगढ़ इंजीनियरिंग कॉलेज में एक इंक्यूबेशन सेंटर है, जिसमें हम 3 डोमेन में वर्क करते हैं: ड्रोन टेक्नोलॉजी, साइबर सिक्योरिटी एंड मैन्युफैक्चरिंग इंजीनियरिंग। इनसे अलावा भी हम सभी आइडिया को सपोर्ट करते हैं। इसमें क्या होता है, बच्चे के जो भी यंग माइंड्स होते हैं उनके पास आइडिया तो होते हैं, अच्छे आइडिया होते हैं, मगर उन्हें ये नहीं पता है कि अपने आइडिया को मार्केट में कैसे ले जाना है। तो वो मार्केट जो आइडिया से मार्केट की जर्नी है वो हमें पूरा वहाँ बच्चों को सपोर्ट करते हैं। और ये हमारा जो ACIC है वो कम्युनिटी बेस्ड है। जो सारी जो स्कीम्स आती हैं स्टार्टअप से रिलेटेड वो कम्युनिटी तक पहुँच ही नहीं पाती हैं, वो छोटे लेवल तक पहुँच ही नहीं पाती हैं। वो सपोर्ट करते हैं पूरे। जो ये स्टार्टअप इंडिया का प्रोग्राम है, ये मेन एम हमारा ACIC का मेन एम ये है, जो पिंडों में जो यंग माइंड्स हैं उनके पास जो आइडिया है उनको आगे कैसे ले जाया जाए। इसी में हमने एक अपना ड्रोन बनाया है, ये एग्रीकल्चर ड्रोन है। इसमें हम क्या करते हैं, जो हमारे पिंडों में जो बेचारे छोटे किसान हैं उनके पास इतना पैसा नहीं होता है कि हाँ ये 5 लाख 6 लाख का ड्रोन खरीद लें, उनको हम इसकी सर्विस प्रोवाइड करते हैं। वो हमारे पास आते हैं, वो अपना फर्टिलाइज़र स्प्रे करने के लिए हमें रिक्वायरमेंट देते हैं, तो हम उनकी पूरी हेल्प करते हैं। इसमें हमारे पास ये मनीष जी हैं, CID से हैं, चंडीगढ़ इंजीनियरिंग ड्रोन इंस्टीट्यूट है, वो हमारे एक स्टार्टअप हैं। ये भी हमारे एक स्टार्टअप हैं जो ये ड्रोन को ही मैन्युफैक्चरिंग करते हैं। ड्रोन के बिल्कुल बेसिक से एडवांस लेवल तक कैसे बनाना है, ड्रोन को कैसे नहीं ले आना है, वो हम पूरा ये जो पिंड वालों को पूरा गाइड करते हैं। उनका हमारे पास ये एम ये भी है कि उनकी ये ड्रोन की पूरी जानकारी दी जाए उनको, इसका कैसे वर्किंग है, कैसे बनता है। अगर छोटी मोटी कोई इसमें डिफेक्ट आ भी जाता है, वो अपने आप भी इतने सक्षम हो जाएं कि हाँ उसको अपने आप ठीक कर सकें। ਜੀ ਤੁਸੀਂ ਸੁਣ ਰਹੀ ਸਾਰੀ ਗੱਲਬਾਤ ਧਿਆਨ ਨਾਲ ਸੁਣੀ ਹੈ, ਤੁਸੀਂ ਕੀ ਨਤੀਜਾ ਕੱਢਿਆ?
ਦੇਖੋ ਇਹਦੇ ਬਾਰੇ ਤਾਂ ਹਲੇ ਜਸਟ ਅਸੀਂ ਆ ਕੇ ਥੋੜਾ ਇਨਕੁਆਇਰੀ ਕਰ ਰਹੇ ਸੀ, ਪਰ ਇਹ ਹੈਗਾ ਵੀ ਜਿਵੇਂ ਸੀਸੀਟੀਵੀ ਨੂੰ ਰਿਪਲੇਸ ਕਰਨ ਦੀ ਮੇਰੇ ਮਾਈਂਡ 'ਚ ਆਈਡੀਆ ਆਇਆ, ਤਾਂ ਹੀ ਮੈਂ ਉਹਨਾਂ ਨੂੰ ਪੁੱਛਿਆ ਵੀ ਇਹ ਕਿੰਨਾ ਟਾਈਮ ਉਡੂਗਾ। ਜੇ ਹੁਣ ਇਹ ਮੰਨ ਲਓ 12 ਘੰਟੇ 8 ਘੰਟੇ ਉਡਣ ਦੀ ਕਪੈਸਿਟੀ ਰੱਖੇ, ਫਿਰ ਆਪਾਂ ਜਿੱਥੇ ਕੈਮਰੇ ਲਾਉਂਦੇ ਆ ਉੱਥੇ ਵੀ ਆਪਾਂ ਕੰਮ ਸਾਰ ਜਾਣੀ ਇੱਕ ਸਿਕਿਉਰਿਟੀ ਜਿਹੜਾ ਇਹੋ ਜਿਹਾ ਹੋ ਸਕਦਾ ਐਮਰਜੈਂਸੀ ਆਪਾਂ ਕਿਤੇ ਭੇਜਣਾ ਵੀ ਭਾਈ ਗੇੜਾ ਮਾਰਿਆ। ਕਿ ਹਲੇ ਦੀ ਕਾਸਟ ਬਹੁਤ ਜ਼ਿਆਦਾ ਆ ਰਹੀ ਆ। ਜੇ ਹੁਣ ਸਪਰੇਅ ਕਰਨ ਲਈ 10 ਕਿਲੋ ਦੀ ਢੋਲੀ ਆ, ਠੀਕ ਹੈ ਜੀ, ਹੁਣ ਇਹ ਮੰਨ ਕੇ ਚੱਲੋ ਵੀ ਇਹਨੇ ਆਉਣਾ 2 ਗੇੜੇ ਲਾਉਣੇ ਆ, ਫਿਰ ਇਹਨੂੰ ਚਾਰਜ ਕਰਨਾ ਵੀ ਪੈਣਾ 2 ਵਾਰੀ 20 ਕਿਲੋ। ਹੁਣ ਅਸੀਂ ਜੇ 18 ਕਿਲੋ ਤਾਂ ਅਸੀਂ ਆਮ ਢੂਹੀ ਤੇ ਲੈ ਕੇ ਸਪਰੇਅ ਕਰਦੇ ਆ ਮੈਨੂਅਲ। ਇਹ ਕਹਿੰਦੇ ਵੀ 4 ਏਕੜ ਦੀ ਸਪਰੇਅ ਕਰਕੇ ਅੱਧੇ ਘੰਟੇ 'ਚ ਦੁਬਾਰੇ ਇਹ ਚਾਰਜ ਹੋ ਜਾਂਦਾ। ਇੱਕ ਦਿਨ 'ਚ 20-25 ਏਕੜ ਪੱਕਾ ਕਰ ਦਿੰਦਾ ਸਪਰੇਅ। ਚਲੋ ਟਾਈਮ ਬਣਦਾ ਇਸ ਦਾ, ਪਰ ਜਿਹੜੇ ਛੋਟੇ ਕਿਸਾਨ ਨੇ ਇਹ ਕਾਫੀ ਮਹਿੰਗਾ ਵੀ ਹੈ। ਪਰ ਇਹ ਕਹਿ ਰਹੇ ਨੇ ਵੀ ਜਿਹੜੀ ਦਵਾਈ ਹੈ ਇੱਕ ਤਾਂ ਉਹਦੀ ਮਾਤਰਾ ਘਟ ਜਾਣੀ, ਜੋ ਕੰਪਨੀ ਵੱਲੋਂ ਰეკਮੈਂਡ ਦਵਾਈ ਉਨੀ ਹੀ ਫਿਰ ਪਾਉਣੀ ਹੈ, ਆਪਾਂ ਨੂੰ ਫਾਲਤੂ ਪਾਉਣ ਦੀ ਲੋੜ ਨਹੀਂ, ਉਹ ਖਰਚਾ ਬਚ ਗਿਆ। ਇੱਕ ਇਹਨਾਂ ਦਾ ਕਹਿਣਾ ਕੰਪਨੀ ਵੱਲੋਂ ਕਿ ਜਿਹੜਾ ਵਿਅਕਤੀ ਸਪਰੇਅ ਕਰ ਰਿਹਾ ਉਹ ਵਾਰ-ਵਾਰ ਸਪਰੇਅ ਦੇ ਦਵਾਈ ਦੇ ਜ਼ਹਿਰ ਦੇ ਸੰਪਰਕ 'ਚ ਆ ਰਿਹਾ, ਤਾਂ ਉਹ ਤੁਹਾਨੂੰ ਕਿਸ ਤਰ੍ਹਾਂ ਲੱਗ ਰਹੀ ਹੈ? ਉਹ ਠੀਕ ਹੈ। ਤੇ ਇੱਕ ਮੱਕੀ ਤੇ ਪੁੱਛ ਰਿਹਾ ਸੀ ਮੈਂ ਇਹਨਾਂ ਤੋਂ ਵੀ ਜਿਵੇਂ ਮੱਕੀ ਤੇ ਸਾਨੂੰ ਜਿਹੜੀ ਸਪਰੇਅ ਕਰਨੀ ਪੈ ਰਹੀ ਨਾ, ਉਹ ਸਿਆੜ ਅਸੀਂ ਖੁਦ ਕੱਢ ਲੈਂਦੇ ਆ। ਅਸੀਂ ਜਦੋਂ ਹੱਥ ਨਾਲ ਕਰਦੇ ਆ ਨਾ, ਮਤਲਬ ਅਸੀਂ ਉਹ ਵੀ ਅਵੋਇਡ ਕਰਨ ਲੱਗ ਗਏ। ਜਿਹੜਾ ਆਪਣਾ ਪੰਪ ਬੈਟਰੀ ਵਾਲਾ ਪੰਪ ਹੈ, ਅਸੀਂ ਉਹਨੂੰ ਵੀ ਅਵੋਇਡ ਕਰਨ ਲੱਗ ਗਏ, ਕਿਉਂਕਿ ਅਸੀਂ ਹੱਥ ਨਾਲ ਨਾ ਕੱਲੇ ਬੂਟੇ ਦੇ ਵਿੱਚ ਪਾ ਰਹੇ ਹਾਂ। ਜੇ ਉਹ ਤਾਂ ਜੇ ਉਹਦੀ ਗੋਹ ਵਿੱਚ ਪੈ ਰਹੀ ਆ ਦਵਾਈ ਉਹਦੀ, ਤਾਂ ਉਹ ਇਫੈਕਟ ਕਰ ਰਹੀ ਹੈ, ਤਾਂ ਉਦੋਂ ਬਾਅਦ ਸਾਨੂੰ ਲੌਂਗ ਟਾਈਮ ਮਤਲਬ ਮਹੀਨਾ ਸਪਰੇਅ ਕਰਨ ਦੀ ਲੋੜ ਨਹੀਂ। ਜਿਸ ਤਰ੍ਹਾਂ ਮੱਕੀ ਨੂੰ ਤਣੇ ਦਾ ਗੜੂਆ ਪੈ ਜਾਂਦਾ, ਇਸ ਦੇ ਨਾਲ ਜਿਵੇਂ ਗੰਨਾ ਹੈ ਉਸ ਨੂੰ ਰੈੱਡ ਰੋਟ ਦੀ ਬਿਮਾਰੀ ਪੈ ਜਾਂਦੀ ਹੈ, ਜਾਂ ਸ਼ੁਰੂਆਤ ਦੇ ਵਿੱਚ ਉਦੋਂ ਵੀ ਉਸ ਨੂੰ ਕਾਲੀ ਕੀੜੀ ਪੈ ਜਾਂਦੀ ਹੈ ਗੰਨੇ ਨੂੰ, ਉਦੋਂ ਖੇਤ ਖਾਲੀ ਹੁੰਦੇ ਨੇ। ਆਪਾਂ ਜੇਕਰ ਇਸ ਦੇ ਨਾਲ ਸਪਰੇਅ ਕਰਦੇ ਆ, ਬਾਈ ਦਾ ਸਵਾਲ ਇਹ ਹੈ ਕਿ ਜਿਹੜੀ ਉਹਦੀ ਗੋਬ ਹੈ ਜਿੰਨੀ ਦੇਰ ਤੁਸੀਂ ਉਹਦੇ ਅੰਦਰ ਦਵਾਈ ਨਹੀਂ ਪਾਉਂਦੇ ਉਹ ਮਰਦੀ ਨਹੀਂ ਹੈਗੀ, ਫਿਰ ਇਸ ਦੇ ਨਾਲ ਕੀ ਕੀਤਾ ਜਾਵੇ? ਦੇਖੋ ਲਿਮਿਟੇਸ਼ਨਸ ਹਰ ਚੀਜ਼ ਦੀਆਂ ਹੁੰਦੀਆਂ ਨੇ। ਜਿੱਦਾਂ ਤੁਸੀਂ ਕਿਹਾ ਵੀ ਕਈ ਚੀਜ਼ਾਂ ਨੂੰ ਟਾਰਗੇਟਡ ਸਪਰੇਅ ਦੀ ਲੋੜ ਪੈਂਦੀ ਹੈ, ਜਿੱਦਾਂ ਤੁਸੀਂ ਦੱਸ ਰਹੇ ਹੋ ਡਾਇਰੈਕਟ ਉਹਦੇ 'ਚ ਪਾਣਾ ਪੈਂਦਾ, ਉੱਥੇ ਤੁਹਾਨੂੰ ਹਜੇ ਵੀ ਮੈਨੂਅਲ ਕਰਨਾ ਪਏਗਾ। ਬਟ ਆਉਣ ਵਾਲੇ ਟਾਈਮ ਦੇ ਵਿੱਚ ਟੈਕਨੋਲੋਜੀ ਇੰਨੀ ਮੈਚੁਰ ਹੋ ਜਾਏਗੀ ਕਿ ਇਹਦੇ 'ਚ ਅਸੀਂ ਇੱਕ ਬੂਮ ਲਗਾ ਦਾਂਗੇ ਟਾਰਗੇਟਡ। ਇਹ ਜਿੱਦਾਂ ਹਾਈਟ ਤੇ ਉੱਡ ਰਿਹਾ 1 ਮੀਟਰ ਲੰਬੀ ਬੂਮ ਹੈ, ਉਹ ਬੂਮ ਬਹੁਤ ਕਲੋਜ਼ ਕੰਟੈਕਟ ਦੇ ਵਿੱਚ ਆ ਕੇ ਵੀ ਸਪਰੇਅ ਕਰ ਸਕਦੀ ਹੈ। ਨਾਲੇ ਇਹਦਾ ਸਿਰਫ ਇਹ ਫਾਇਦਾ ਨਹੀਂ ਹੈ ਕਿ ਇਹ ਮਤਲਬ ਉੱਤੇ ਹੋ ਕੇ ਉੱਡ ਰਿਹਾ, ਇਹਦੇ ਜਿਹੜਾ ਪ੍ਰੋਪੈਲਰ ਨੇ ਇਹਦੇ ਨਾਲ ਅਸੀਂ ਇੱਕ ਚੀਜ਼ ਦੇਖੀ ਹੈ ਕਿ ਜਦੋਂ ਹਵਾ ਆਉਂਦੀ ਹੈ ਨਾ, ਉਹ ਡਾਊਨ ਵਾਸ਼ ਦੇ ਨਾਲ ਪੈਨੇਟ੍ਰੇਸ਼ਨ ਜਿਹੜੀ ਸਪਰੇਅ ਦੀ ਹੈ ਉਹ ਥੱਲੇ ਤੱਕ ਜਾਂਦੀ ਹੈ। ਹਵਾ ਉਹਨੂੰ ਸਪਰੇਅ ਨੂੰ ਥੱਲੇ ਤੱਕ ਲੈ ਜਾਂਦੀ ਹੈ ਤੇ ਈਵਨਲੀ ਸਪਰੈਡ ਕਰਦੀ ਹੈ, ਤੇ ਉਹ ਇੱਕ ਚੀਜ਼ ਦਾ ਇਹਨੂੰ ਫਾਇਦਾ ਵੀ ਮਿਲਦਾ। ਜਿਹੜਾ ਇਹਦਾ ਫਲਾਈਂਗ ਮਕੈਨਿਜ਼ਮ ਹੈ, ਇਹ ਉੱਡਣ ਕਰਕੇ ਮਤਲਬ ਉੱਡਣ ਵਾਸਤੇ ਮੋਟਰਾਂ ਇਹ ਵਰਤੀਆਂ ਜਾਂਦੀਆਂ, ਪਰ ਇਹਦੀ ਹਵਾ ਦੇ ਨਾਲ ਜਿਹੜਾ ਕੈਮੀਕਲ ਦੀ ਪੈਨੇਟ੍ਰੇਸ਼ਨ ਹੈ ਨਾ, ਉਹ ਵੱਧ ਵੀ ਜਾਂਦੀ ਹੈ। ਇਹ ਦਵਾਈ ਨੂੰ ਧੱਕ ਦਿੰਦੀ ਹੈ ਹਮੇਸ਼ਾ। ਵੱਡਾ ਇੱਥੇ ਕਿਸੇ ਦਾ ਸਿਰ ਨਾ ਪੜਵਾ ਦੇ। ਇੱਕ ਉਹ ਛੋਟਾ ਫੜਿਓ ਡਰੋਨ ਮੜਿਆ ਹੱਥ ਤੇ ਰੱਖਿਓ ਯਾਰ ਇਹ ਜੇ ਚੱਲਦਾ ਦਿਖਾ ਦੂੰ ਥੋੜਾ ਜਿਹਾ ਕਿੰਗੜੇ ਜਿਹਾ ਕਰਦਾ ਆ ਜਾਊ। ਇੱਥੇ ਥੋੜਾ ਹਟਾ ਕੇ ਪਿੱਛੋਂ ਨਾ ਪੈਨ ਚੱਲਦਾ ਦਿਖਾ ਸਕਦੇ ਹੋ ਕਿ ਨਹੀਂ? ਨਹੀਂ ਐਕਚੁਅਲੀ ਇਹ ਨਾ ਹਜੇ ਡੋਰਮੈਂਟ ਕੀਤਾ ਹੋਇਆ ਮਾਡਲ ਠੀਕ ਹੈ, ਚੱਲੇਗਾ ਜੀ। छोटा एरिया में यूज कर सकते हैं। ਇਹ ਕਿਸ ਚੀਜ਼ ਤੇ ਲੱਗ ਰਿਹਾ? ਇਹ एक कार्बन फाइबर की ਬਸ ਆਪਣੇ ਹੱਥ ਦੇ ਇਦਾਂ ਰੱਖੋ, ਉੱਪਰ ਨੂੰ ਚੱਕੋ। ਇਹਦੀਆਂ ਬੈਟਰੀਆਂ ਨੇ? ਹਾਂਜੀ ਇਹ ਬੈਸਟ ये है कंट्रोलर। ਸੀਸੀਟੀਵੀ ਦਾ ਰਿਪਲੇਸ ਹੋ ਗਿਆ।
ਉਹ ਕੁਐਸਚਨ ਹੀ ਥੋੜਾ ਹੋਰ ਤਰ੍ਹਾਂ ਦਾ ਸੀਗਾ। ਨਹੀਂ ਐਕਚੁਅਲੀ ਉਹਨਾਂ ਦੀ ਮਤਲਬ ਹੋ ਸਕਦਾ ਹੈ ਰਿਪਲੇਸ। ਉਹਦੇ 'ਚ ਵੀ ਨਾ ਇੱਕ ਚੀਜ਼ ਹੈ ਟੈਥਰਡ ਡਰੋਨ ਕਹਿੰਦੇ ਉਹਨੂੰ। ਉਹ ਡਰੋਨ ਦੇ 'ਚ ਕੀ ਹੈ, ਉਹ ਇੱਕ ਤਾਰ ਨਾ ਥੱਲੇ ਰਹਿੰਦੀ ਹੈ ਜਿਹੜੀ ਉਹਨੂੰ ਪਾਵਰ ਦਿੰਦੀ ਰਹਿੰਦੀ ਹੈ। ਸੀਸੀਟੀਵੀ ਨਾਲੋਂ ਵਧੀਆ ਕਿਉਂ ਹੈ? ਕਿਉਂਕਿ ਸੀਸੀਟੀਵੀ ਤੁਹਾਡਾ ਇੱਕੋ ਜਗ੍ਹਾ ਤੇ ਰੱਖਣਾ ਹੈ। ਉਹ ਤਾਰ ਦੇ ਨਾਲ ਵੀ ਨਾ ਜਿੱਦਾਂ ਅਸੀਂ ਪਤੰਗ ਉਡਾਉਂਦੇ ਆ,